ਮੈਂ ਆਪਣੀ ਘਰਵਾਲੀ ਤੋਂ ਬਹੁਤ ਨਫ਼ਰਤ ਕਰਦਾ ਸੀ। ਇੱਕ ਦਿਨ ਤਾਂ ਮੈਂ ਆਪਣੀ ਘਰਵਾਲੀ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੀ ਹੋ ਗਈ। ਉਸ ਸਮੇਂ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ। ਇਸ ਕਰਕੇ ਮੈਂ ਆਪਣੀ ਘਰਵਾਲੀ ਨੂੰ ਪੇਟੀ 'ਚ ਲੁਕੋ ਦਿੱਤਾ ਤੇ ਸਾਰਿਆਂ ਸਾਹਮਣੇ ਇਹ ਡਰਾਮਾ ਕੀਤਾ ਕਿ ਮੇਰੀ ਘਰਵਾਲੀ ਕਿਸੇ ਨਾਲ ਭੱਜ ਗਈ ਆ। ਦੂਜੇ ਦਿਨ ਮੈਨੂੰ ਫੋਨ ਆਇਆ ਕਿ ਤੁਹਾਡੀ ਵਾਈਫ ਦੇ ਨਾਮ ਤੇ 5 ਕਰੋੜ ਦੀ ਲਾਟਰੀ ਨਿਕਲੀ ਆ, ਪੈਨ ਕਾਰਡ ਨਾਲ ਆਪਣੇ ਪੈਸੇ ਲੈ ਜਾਓ। ਪਰ ਮੈਂ ਤਾਂ ਆਪਣੀ ਘਰਵਾਲੀ ਨੂੰ ਮਾਰ ਦਿੱਤਾ ਸੀ ਤੇ ਉਹ ਕੋਡ ਸ਼ਾਇਦ ਉਸ ਨੂੰ ਹੀ ਪਤਾ ਹੋਣਾ। ਉਸ ਤੋਂ ਬਾਅਦ ਮੈਂ ਆਪਣੇ ਸਹੁਰੇ ਘਰ ਫੋਨ ਲਾਇਆ ਤੇ ਉਹਨਾਂ ਨੂੰ ਕੋਡ ਪੁੱਛਿਆ। ਫਿਰ ਮੇਰੀ ਸੱਸ ਨੇ ਦੱਸਿਆ ਕਿ ਉਹ ਕੋਡ ਤਾਂ ਅਮਨ ਦੇ ਆਪਣੇ ਗਲੇ ਦੇ ਲੌਕਟ ਵਿੱਚ ਪਾਇਆ ਹੋਇਆ ਵਾ। ਜਦੋਂ ਹੀ ਮੈਂ ਉਹ ਕੋਡ ਨੂੰ ਲੈਣ ਗਿਆ ਤਾਂ ਮੇਰੀ ਜਾਨ ਨਿਕਲ ਗਈ, ਕਿਉਂਕਿ ਉੱਥੇ ਮੇਰੀ ਘਰਵਾਲੀ। ਮੇਰਾ ਨਾਮ ਕੁਲਦੀਪ ਆ। ਮੇਰੇ ਪਾਪਾ ਨੇ ਮੇਰਾ ਵਿਆਹ ਆਪਣੀ ਮਰਜ਼ੀ ਦੀ ਕੁੜੀ ਨਾਲ ਕਰਵਾਇਆ ਸੀ। ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ, ਪਰ ਮੇਰੇ ਪਾਪਾ ਨੇ ਜ਼ਬਰਦਸਤੀ ਮੇਰਾ ਵਿਆਹ ਕਰਵਾ ਦਿੱਤਾ। ਮੇਰੇ ਪਾਪਾ ਕਹਿੰਦੇ ਕਿ ਮੈਂ ਉਹ ਕੁੜੀ ਨਾਲ ਖੁਸ਼ਗਵਾਰ ਰਹਾਂਗਾ। ਅਸੀਂ ਸ਼ੁਰੂ ਤੋਂ ਹੀ ਬਹੁਤ ਗਰੀਬ ਸੀ, ਬਹੁਤ ਮਾੜੇ ਦਿਨ ਕੱਢੇ ਸੀ। ਮੇਰੇ ਪਾਪਾ ਸਾਰਾ ਦਿਨ ਮਿਹਨਤ ਮਜ਼ਦੂਰੀ ਕਰਦੇ ਸੀ। ਉਸ ਦੇ ਤੋਂ ਹੀ ਸਾਨੂੰ 4 ਭਰਾਵਾਂ ਨੂੰ ਰੁੱਖੀ ਮਿੱਸੀ ਰੋਟੀ ਮਿਲ ਜਾਂਦੀ ਸੀ। ਅਸੀਂ ਇੱਕ ਇੱਕ ਚੀਜ਼ ਨੂੰ ਤਰਸ ਕੇ ਖਾਂਦੇ ਸੀ। ਐਦਾਂ ਹੀ ਅਸੀਂ ਆਪਣਾ ਬਚਪਨ ਕੱਢਿਆ ਸੀ। ਕਿਸੇ ਨੂੰ ਵਧੀਆ ਖਾਂਦੇ, ਵਧੀਆ ਪਾਉਂਦੇ ਦੇਖ ਕੇ ਮੇਰਾ ਦਿਲ ਤਰਸ ਜਾਂਦਾ ਸੀ। ਮੈਨੂੰ ਆਪਣੀ ਗਰੀਬੀ ਤੋਂ ਬਹੁਤ ਨਫ਼ਰਤ ਸੀ। ਇਸ ਕਰਕੇ ਮੈਂ ਪੱਕਾ ਸੋਚ ਲਿਆ ਸੀ ਕਿ ਮੈਂ ਇੱਕ ਅਮੀਰ ਕੁੜੀ ਨਾਲ ਹੀ ਵਿਆਹ ਕਰਵਾਵਾਂਗਾ, ਕਿਉਂਕਿ ਮੈਨੂੰ ਇਹ ਲੱਗਦਾ ਸੀ ਕਿ ਅਮੀਰ ਨਾਲ ਵਿਆਹ ਕਰਵਾ ਕੇ ਮੇਰੀ ਜ਼ਿੰਦਗੀ ਸੁਧਰ ਜਾਵੇਗੀ। ਮੈਂ ਸ਼ੁਰੂ ਤੋਂ ਹੀ ਬਹੁਤ ਸੋਹਣਾ ਸੀ, ਬਸ ਅਮੀਰ ਨਹੀਂ ਸੀ। ਇਹੀ ਗੱਲ ਦਾ ਮੈਨੂੰ ਬਹੁਤ ਦੁੱਖ ਹੁੰਦਾ ਸੀ। ਮੈਂ ਆਪਣੇ ਪਾਪਾ ਨੂੰ ਵੀ ਕਹਿ ਦਿੱਤਾ ਸੀ ਕਿ ਮੈਂ ਵਿਆਹ ਕਰਵਾਵਾਂਗਾ ਤਾਂ ਕਿਸੇ ਅਮੀਰ ਕੁੜੀ ਨਾਲ ਹੀ ਕਰਵਾਵਾਂਗਾ, ਚਾਹੇ ਉਹ ਕੁੜੀ ਅੰਨੀ ਹੋਵੇ, ਚਾਹੇ ਗੂੰਗੀ ਹੋਵੇ, ਚਾਹੇ ਕਾਲੀ ਹੋਵੇ। ਮੈਨੂੰ ਉਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਬਸ ਉਹ ਅਮੀਰ ਹੋਣੀ ਚਾਹੀਦੀ ਆ। ਮੇਰੀ ਗੱਲ ਸੁਣ ਕੇ ਮੇਰੇ ਪਾਪਾ ਗੁੱਸੇ ਵਿੱਚ ਆ ਗਏ ਤੇ ਮੈਨੂੰ ਗੁੱਸੇ ਵਿੱਚ ਬੋਲਣ ਲੱਗੇ ਕਿ ਕੁਲਦੀਪ, ਇੰਨਾ ਵੀ ਲਾਲਚ ਨਾ ਕਰ। ਜੇ ਕਿਸੇ ਗਰੀਬ ਤੇ ਸਿੱਧੀ ਸਾਦੀ ਕੁੜੀ ਨਾਲ ਵਿਆਹ ਕਰਾਏਗਾ ਤਾਂ ਹੀ ਤੇਰੀ ਜ਼ਿੰਦਗੀ ਵਧੀਆ ਲੰਘੂਗੀ, ਨਹੀਂ ਤਾਂ ਸਾਰੀ ਜ਼ਿੰਦਗੀ ਆਪਣੇ ਅਮੀਰ ਸਹੁਰਿਆਂ ਦੇ ਥੱਲੇ ਲੱਗ ਕੇ ਰਹਿਣਾ ਪੈਣਾ। ਜੇ ਤੈਨੂੰ ਇੰਨਾ ਹੀ ਅਮੀਰ ਬਣਨ ਦਾ ਸ਼ੌਂਕ ਆ ਤਾਂ ਖੁਦ ਕੰਮ ਕਰਕੇ ਪੈਸੇ ਕਮਾ, ਪੜ੍ਹ ਲਿਖ ਕੇ ਕੋਈ ਵਧੀਆ ਨੌਕਰੀ ਕਰ, ਨਹੀਂ ਤਾਂ ਵਿਹਲੇ ਨੂੰ ਤਾਂ ਤੈਨੂੰ ਕੋਈ ਕੁੜੀ ਨਹੀਂ ਦੇ ਸਕਦਾ। ਪਾਪਾ ਦੀ ਗੱਲ ਠੀਕ ਸੀ, ਪਰ ਮੈਂ ਪਿੱਛੇ ਹਟਣ ਵਾਲਾ ਨਹੀਂ ਸੀ। ਮੈਂ ਪੱਕਾ ਸੋਚ ਲਿਆ ਸੀ ਕਿ ਵਿਆਹ ਕਰਾਊਂਗਾ ਤਾਂ ਅਮੀਰ ਕੁੜੀ ਦੇ ਨਾਲ ਹੀ। ਮੈਂ ਪਿੱਛੇ ਕੁੜੀਆਂ ਦੇ ਫਿਰਨ ਲੱਗਾ। ਇਸ ਕਰਕੇ ਮੈਂ ਆਪਣੇ ਦਿਮਾਗ ਵਿੱਚ ਇੱਕ ਪਲਾਨ ਬਣਾਇਆ। ਮੈਂ 2-3 ਦਿਨਾਂ ਵਾਸਤੇ ਕਿਰਾਏ 'ਤੇ ਕੱਪੜੇ ਲੈ ਲਏ। ਉਹ ਕੱਪੜੇ ਪਾ ਕੇ ਮੈਂ ਬਹੁਤ ਸੋਹਣਾ ਲੱਗਦਾ ਸੀ। ਐਦਾਂ ਲੱਗਦਾ ਸੀ ਜਿੱਦਾਂ ਅਮੀਰ ਪਿਓ ਦੀ ਇਕਲੌਤੀ ਔਲਾਦ ਹੋਵਾਂ। ਰੋਜ਼ ਮੈਂ ਕਿਰਾਏ ਵਾਲੇ ਕੱਪੜੇ ਪਾ ਕੇ ਕਾਲਜ ਦੇ ਗੇਟ ਸਾਹਮਣੇ ਜਾਂਦਾ ਸੀ। ਇਹ ਸਭ ਕਰਦਿਆਂ ਮੈਨੂੰ ਲਗਾਤਾਰ 4-5 ਦਿਨ ਹੋ ਗਏ ਸੀ। ਮੇਰਾ ਕੰਮ ਤਾਂ ਨਹੀਂ ਹੋਇਆ ਸੀ, ਪਰ ਦਿਨੋਂ ਦਿਨ ਕਿਰਾਏ ਵਾਲੇ ਕੱਪੜਿਆਂ ਦੇ ਪੈਸੇ ਵੱਧਦੇ ਜਾਂਦੇ ਸੀ। ਮੈਂ ਪਾਪਾ ਤੋਂ ਪੈਸੇ ਮੰਗੇ, ਪਰ ਉਹਨਾਂ ਨੇ ਮੈਨੂੰ ਸਾਫ਼ ਹੀ ਮਨਾ ਕਰ ਦਿੱਤਾ। ਹੋਰ ਕਿਸੇ ਤੇ ਕੋਈ ਉਮੀਦ ਵੀ ਨਹੀਂ ਸੀ। ਫਿਰ ਮੈਂ ਆਪ ਹੀ ਛੋਟਾ-ਮੋਟਾ ਕੰਮ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਕੁੜੀ ਤਾਂ ਬਾਅਦ ਵਿੱਚ ਵੀ ਮਿਲ ਜਾਂਦੀ, ਪਰ ਜੇ ਉਹ ਕਿਰਾਏ ਵਾਲੇ ਕੱਪੜਿਆਂ ਦੇ ਪੈਸੇ ਵੱਧ ਜਾਂਦੇ ਤਾਂ ਉਹ ਬੰਦੇ ਨੇ ਮੇਰਾ ਜੀਣਾ ਹਰਾਮ ਕਰ ਦੇਣਾ ਸੀ। ਇਸ ਕਰਕੇ ਮੈਂ ਕੱਪੜਿਆਂ ਦਾ ਕਿਰਾਇਆ ਦੇਣ ਵਾਸਤੇ ਛੋਟਾ-ਮੋਟਾ ਕੰਮ ਕਰਨ ਲੱਗ ਗਿਆ। ਥੋੜ੍ਹੀ ਬਹੁਤੀ ਕਮਾਈ ਵੀ ਹੋ ਜਾਂਦੀ ਸੀ। ਉਹ ਕਮਾਈ ਵਿੱਚੋਂ ਥੋੜ੍ਹੇ ਜਿਹੇ ਪੈਸੇ ਮੈਂ ਆਪਣੇ ਲਈ ਬਚਾ ਲੈਂਦਾ ਸੀ ਤੇ ਉਹਨਾਂ ਪੈਸਿਆਂ ਤੋਂ ਮੈਂ ਆਪਣੇ ਵਾਸਤੇ ਕੱਪੜੇ ਲੈ ਲੈਂਦਾ ਸੀ। ਮੈਂ ਚਾਹੁੰਦਾ ਸੀ ਕਿ ਲੋਕੀ ਮੈਨੂੰ ਅਮੀਰ ਸਮਝਣ। ਮੈਂ ਹਮੇਸ਼ਾ ਇਹੀ ਸੋਚਦਾ ਸੀ ਕਿ ਇੱਕ ਨਾ ਇੱਕ ਦਿਨ ਤਾਂ ਜ਼ਰੂਰ ਕੋਈ ਅਮੀਰ ਕੁੜੀ ਮੇਰੇ ਜਾਲ ਵਿੱਚ ਫਸ ਜਾਊਗੀ। ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਸੁਪਨਾ ਸੀ, ਪਰ ਹੁਣ ਤਾਂ ਇਹ ਮੇਰਾ ਮਕਸਦ ਵੀ ਬਣ ਗਿਆ ਸੀ। ਦੂਜੇ ਪਾਸੇ ਮੇਰੇ ਪਾਪਾ ਨੂੰ ਲੱਗਿਆ ਕਿ ਹੁਣ ਮੈਂ ਕੰਮ ਕਰਨ ਲੱਗ ਪਿਆ ਵਾਂ। ਮੇਰੇ ਪਾਪਾ ਨੇ ਮੇਰੇ ਲਈ ਆਪਣੇ ਬਰਾਬਰ ਦੇ ਬੰਦਿਆਂ ਨਾਲ ਰਿਸ਼ਤਾ ਲੱਭਣਾ ਸ਼ੁਰੂ ਕਰ ਦਿੱਤਾ। ਮੈਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਮੇਰੇ ਪਾਪਾ ਨੇ ਮੇਰੇ ਲਈ ਕੁੜੀ ਲੱਭੀ ਆ।
ਮੈਨੂੰ ਤਾਂ ਉਸ ਦਿਨ ਪਤਾ ਲੱਗਾ ਜਿਸ ਦਿਨ ਮੈਂ ਕੰਮ 'ਤੇ ਜਾਣ ਲਈ ਤਿਆਰ ਹੁੰਦਾ ਪਿਆ ਸੀ। ਪਾਪਾ ਨੇ ਕਿਹਾ ਕਿ ਬੇਟਾ ਅੱਜ ਤੂੰ ਕੰਮ 'ਤੇ ਜਾਣ ਨੂੰ ਰਹਿਣ ਦੇ, ਕਿਉਂਕਿ ਅੱਜ ਤੈਨੂੰ ਕੁੜੀ ਵਾਲੇ ਦੇਖਣ ਆਉਣਗੇ। ਇਹ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ। ਮੈਂ ਪਾਪਾ ਨੂੰ ਕਿਹਾ ਕਿ ਤੁਸੀਂ ਮੇਰੇ ਲਈ ਰਿਸ਼ਤਾ ਕਦੋਂ ਦੇਖਿਆ? ਪਾਪਾ ਮੈਨੂੰ ਕਹਿਣ ਲੱਗੇ ਕਿ ਬੇਟਾ ਮੈਨੂੰ 4-5 ਦਿਨ ਹੋ ਗਏ ਆ, ਮੈਂ ਤੇਰੇ ਲਈ ਰਿਸ਼ਤਾ ਲੱਭ ਰਿਹਾ ਸੀ, ਪਰ ਉਹ ਸਾਰੀਆਂ ਕੁੜੀਆਂ ਵਿੱਚੋਂ ਇੱਕ ਕੁੜੀ ਵਧੀਆ ਲੱਗੀ ਆ। ਉਸ ਦੇ ਘਰ ਦੇ ਵੀ ਬਹੁਤ ਵਧੀਆ, ਇਸ ਕਰਕੇ ਮੈਂ ਉਹਨਾਂ ਨੂੰ ਅੱਜ ਘਰੇ ਬੁਲਾਇਆ। ਮੈਂ ਜਲਦੀ ਨਾਲ ਪਾਪਾ ਨੂੰ ਪੁੱਛਿਆ ਕਿ ਉਹ ਕੁੜੀ ਪੈਸੇ ਵਾਲੀ ਆ, ਕਿੰਨੇ ਕੁ ਪੈਸੇ ਆ ਉਸ ਦੇ ਕੋਲ। ਇਹ ਸੁਣਦਿਆਂ ਹੀ ਪਾਪਾ ਨੂੰ ਮੇਰੇ 'ਤੇ ਬਹੁਤ ਗੁੱਸਾ ਆਇਆ ਤੇ ਉਹਨਾਂ ਨੇ ਮੈਨੂੰ ਬਹੁਤ ਗਾਲਾਂ ਬਾਤਾਂ ਸੁਣਾਈਆਂ। ਇਸ ਤੋਂ ਪਹਿਲਾਂ ਕਿ ਮੈਂ ਉਹਨਾਂ ਨੂੰ ਕੋਈ ਜਵਾਬ ਦਿੰਦਾ, ਉਸ ਵੇਲੇ ਰਿਸ਼ਤੇ ਵਾਲੇ ਘਰ ਆ ਗਏ। ਮੈਂ ਭੋਲਾ ਜਿਹਾ ਮੂੰਹ ਬਣਾ ਕੇ ਚੁੱਪ ਹੋ ਗਿਆ। ਉਹਨਾਂ ਨੂੰ ਮੈਂ ਤੇ ਮੇਰੇ ਘਰ ਦੋਨੇ ਬਹੁਤ ਪਸੰਦ ਆਏ। ਥੋੜੇ ਹੀ ਟਾਈਮ ਬਾਅਦ ਉਹਨਾਂ ਨੇ ਰਿਸ਼ਤੇ ਲਈ ਹਾਂ ਕਰ ਦਿੱਤੀ ਤੇ ਉਹ ਚਲੇ ਗਏ। ਪਾਪਾ ਨੂੰ ਇਸ ਗੱਲ ਦੀ ਬਹੁਤ ਖੁਸ਼ੀ ਸੀ, ਪਰ ਮੈਨੂੰ ਕੋਈ ਖੁਸ਼ੀ ਨਹੀਂ ਸੀ, ਕਿਉਂਕਿ ਖੁਸ਼ੀ ਤਾਂ ਮੈਨੂੰ ਤਾਂ ਹੁੰਦੀ ਜੇ ਮੇਰਾ ਕਿਸੇ ਅਮੀਰ ਕੁੜੀ ਨਾਲ ਰਿਸ਼ਤਾ ਹੁੰਦਾ। ਉਸ ਦੇ ਨਾਲ ਮੇਰਾ ਵਿਆਹ ਕਰਵਾਉਣ ਨਾਲ ਮੇਰੀ ਜ਼ਿੰਦਗੀ ਬਦਲ ਜਾਂਦੀ। ਉਸ ਸਮੇਂ ਮੈਂ ਲਾਲਚ ਵਿੱਚ ਅੰਨਾ ਹੋ ਗਿਆ ਸੀ ਤੇ ਮੈਨੂੰ ਕੋਈ ਸਮਝ ਨਹੀਂ ਸੀ। ਬਸ ਮੈਂ ਤਾਂ ਅਮੀਰ ਬਣਨਾ ਚਾਹੁੰਦਾ ਸੀ, ਪਰ ਅਮੀਰੀ ਗਰੀਬੀ ਤੋਂ ਮੇਰੇ ਪਾਪਾ ਨੂੰ ਕੋਈ ਫਰਕ ਨਹੀਂ ਸੀ। ਉਹਨਾਂ ਦਾ ਇਹ ਕਹਿਣਾ ਸੀ ਕਿ ਆਪਣੇ ਬਰਾਬਰ ਦੇ ਬੰਦਿਆਂ ਨਾਲ ਹੀ ਵਿਆਹ ਕਰਵਾਉਣਾ ਚਾਹੀਦਾ। ਕੁੜੀ ਦੇ ਘਰ ਦੇ ਬਹੁਤ ਸ਼ਰੀਫ ਸੀ, ਕੁੜੀ ਵੀ ਸਿੱਧੀ ਸਾਦੀ ਤੇ ਸੰਸਕਾਰਾਂ ਵਾਲੀ ਸੀ। ਇਸ ਕਰਕੇ ਮੇਰੇ ਮਨਾ ਕਰਨ 'ਤੇ ਵੀ ਮੇਰੇ ਪਾਪਾ ਨਹੀਂ ਮੰਨੇ। ਪਾਪਾ ਨੇ ਤਾਂ ਮੇਰੇ ਵਿਆਹ ਦੀ ਤਰੀਕ ਵੀ ਪੱਕੀ ਕਰ ਦਿੱਤੀ ਸੀ। ਮੈਂ ਚਾਹ ਕੇ ਵੀ ਕੁਝ ਨਹੀਂ ਕਰ ਸਕਿਆ, ਕਿਉਂਕਿ ਮੈਂ ਕਿਸੇ ਨਾ ਕਿਸੇ ਤਰੀਕੇ ਇਹ ਰਿਸ਼ਤੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਸੀ। ਮੈਂ ਚਾਹੁੰਦਾ ਸੀ ਕਿ ਇਹ ਰਿਸ਼ਤਾ ਆਪੇ ਹੀ ਟੁੱਟ ਜਾਵੇ। ਵਿਆਹ ਦੀ ਤਰੀਕ 1 ਮਹੀਨੇ ਬਾਅਦ ਸੀ। ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਇਹ ਗਰੀਬ ਘਰ ਤੋਂ ਮੇਰਾ ਰਿਸ਼ਤਾ ਟੁੱਟ ਜਾਵੇ, ਪਰ ਅਜਿਹਾ ਨਹੀਂ ਹੋਇਆ। ਆਖਿਰਕਾਰ ਵਿਆਹ ਦਾ ਦਿਨ ਆ ਹੀ ਗਿਆ। ਮੇਰੇ ਪਾਪਾ ਇਸ ਰਿਸ਼ਤੇ ਤੋਂ ਬਹੁਤ ਖੁਸ਼ ਸੀ, ਕਿਉਂਕਿ ਇਹ ਰਿਸ਼ਤਾ ਉਹਨਾਂ ਦੀ ਮਰਜ਼ੀ ਨਾਲ ਹੋਇਆ ਸੀ। ਵਿਆਹ ਵਾਲੇ ਦਿਨ ਵੀ ਮੇਰਾ ਮੂੰਹ ਲਟਕਿਆ ਹੋਇਆ ਸੀ। ਨਫ਼ਰਤ ਨਾਲ ਮੇਰਾ ਬੁਰਾ ਹਾਲ ਸੀ। ਮੈਨੂੰ ਸਭ ਤੋਂ ਨਫ਼ਰਤ ਹੋਣ ਲੱਗ ਪਈ ਸੀ। ਮੈਂ ਫੇਰਿਆਂ ਦੇ ਟਾਈਮ ਵੀ ਇਹੀ ਸੋਚਦਾ ਰਿਹਾ ਕਿ ਕਦੋਂ ਮੈਂ ਇਸ ਕੁੜੀ ਤੋਂ ਛੁਟਕਾਰਾ ਪਾ ਸਕਦਾ। ਇਹ ਸੋਚਦਿਆਂ ਹੀ ਮੇਰੇ ਦਿਮਾਗ ਵਿੱਚ ਇੱਕ ਆਈਡੀਆ ਆਇਆ, ਕਿਉਂਕਿ ਮੈਂ ਉਹ ਗਰੀਬ ਕੁੜੀ ਦੇ ਨਾਲ ਨਹੀਂ, ਕਿਸੇ ਅਮੀਰ ਕੁੜੀ ਦੇ ਨਾਲ ਵਿਆਹ ਕਰਵਾਉਣਾ ਸੀ। ਪਲਾਨ ਸੋਚਣ ਤੋਂ ਬਾਅਦ ਮੈਂ ਥੋੜ੍ਹਾ ਜਿਹਾ ਰਿਲੈਕਸ ਹੋ ਗਿਆ, ਕਿਉਂਕਿ ਮੈਨੂੰ ਲੱਗਦਾ ਸੀ ਕਿ ਮੈਂ ਆਪਣੇ ਪਲਾਨ ਵਿੱਚ ਕਾਮਯਾਬ ਹੋ ਜਾਵਾਂਗਾ। ਹੁਣ ਮੈਂ ਰਾਤ ਹੋਣ ਦੀ ਵੇਟ ਕਰ ਰਿਹਾ ਸੀ। ਮੈਨੂੰ ਇਹ ਵੀ ਸੀ ਕਦੋਂ ਉਹ ਮੇਰੇ ਕਮਰੇ ਵਿੱਚ ਆਵੇ ਤੇ ਮੈਂ ਆਪਣੇ ਪਲਾਨ ਨੂੰ ਪੂਰਾ ਕਰਾਂ। ਥੋੜੇ ਹੀ ਟਾਈਮ ਬਾਅਦ ਉਹ ਕੁੜੀ ਨੂੰ ਕਮਰੇ ਵਿੱਚ ਬਿਠਾ ਦਿੱਤਾ ਗਿਆ। ਬਸ ਹੁਣ ਮੈਂ ਆਪਣੇ ਪਲਾਨ ਨੂੰ ਪੂਰਾ ਕਰਨ ਬਾਰੇ ਸੋਚਣ ਲੱਗ ਪਿਆ। ਇਹ ਸਭ ਕਰਨ ਲੱਗੇ ਮੈਨੂੰ ਬਹੁਤ ਡਰ ਵੀ ਲੱਗਦਾ ਸੀ, ਕਿਉਂਕਿ ਸ਼ਾਇਦ ਜੇ ਕੋਈ ਵੀ ਇਸ ਪਲਾਨ ਨੂੰ ਸੁਣਦਾ ਤਾਂ ਉਸ ਦੀ ਰੂਹ ਕੰਬ ਜਾਣੀ ਸੀ। ਪਰ ਮੈਂ ਜਲਦੀ ਤੋਂ ਜਲਦੀ ਇਸ ਮਾਮਲੇ ਨੂੰ ਖਤਮ ਕਰਨਾ ਚਾਹੁੰਦਾ ਸੀ। ਮੈਨੂੰ ਡਰ ਵੀ ਲੱਗ ਰਿਹਾ ਸੀ ਕਿਤੇ ਮੈਂ ਇਹ ਸਭ ਦੇ ਵਿੱਚ ਫਸ ਨਾ ਜਾਵਾਂ। ਮੈਂ ਕਮਰੇ ਵਿੱਚ ਚਲਾ ਗਿਆ। ਮੈਂ ਦੇਖਿਆ ਕਿ ਉਹ ਬੈੱਡ 'ਤੇ ਬੈਠੀ ਮੇਰਾ ਇੰਤਜ਼ਾਰ ਕਰ ਰਹੀ ਸੀ, ਪਰ ਜਦੋਂ ਹੀ ਮੈਂ ਉਸ ਨੂੰ ਦੇਖਿਆ ਮੇਰੇ ਦਿਲ ਦੀਆਂ ਧੜਕਣਾਂ ਤੇਜ਼ ਹੋ ਗਈਆਂ। ਉਹ ਬਹੁਤ ਜ਼ਿਆਦਾ ਸੋਹਣੀ ਸੀ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਸੀ। ਕੁਝ ਸਮੇਂ ਲਈ ਮੈਨੂੰ ਆਪਣੇ ਆਪ ਦਾ ਚੇਤਾ ਹੀ ਭੁੱਲ ਗਿਆ। ਮੈਂ ਸੋਚਣ ਲੱਗਾ ਕਿ ਕਿਤੇ ਕੋਈ ਜ਼ਾਲਮ ਬੰਦਾ ਹੀ ਹੋਵੇਗਾ ਜੋ ਇੰਨੀ ਸੋਹਣੀ ਕੁੜੀ ਨਾਲ ਇੰਨਾ ਗਲਤ ਕਰੇਗਾ। ਮੈਂ ਸਾਰਾ ਕੁਝ ਭੁੱਲ ਗਿਆ ਸੀ। ਜੇ ਕੁਝ ਯਾਦ ਸੀ ਤਾਂ ਉਹ ਸੀ ਮੇਰੇ ਸਾਹਮਣੇ ਬੈਠੀ ਅਮਨ। ਸ਼ੁਰੂ ਦੇ ਦਿਨਾਂ ਵਿੱਚ ਮੈਂ ਤੇ ਮੇਰੀ ਘਰਵਾਲੀ ਇੱਕ ਦੂਜੇ ਨਾਲ ਬਹੁਤ ਖੁਸ਼ ਰਹਿ ਰਹੇ ਸੀ। ਉਸ ਦੇ ਨਾਲ ਮੈਂ ਵਿਆਹ ਕਰਵਾ ਕੇ ਸਾਰਾ ਕੁਝ ਭੁੱਲ ਗਿਆ ਸੀ। ਇਹ ਵੀ ਭੁੱਲ ਗਿਆ ਸੀ ਕਿ ਮੈਂ ਆਪਣੀ ਘਰਵਾਲੀ ਤੋਂ ਕਿੱਦਾਂ ਛੁਟਕਾਰਾ ਪਾਉਣਾ ਹੈ। ਮੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਸੀ। ਮੇਰੀ ਘਰਵਾਲੀ ਉਸ ਦਿਨ ਆਪਣੇ ਪੇਕੇ ਘਰ ਜਾਣਾ ਚਾਹੁੰਦੀ ਸੀ। ਮੈਂ ਉਸ ਨੂੰ ਖੁਸ਼ੀ ਜਾਣ ਲਈ ਕਿਹਾ। ਉਹ ਮੈਨੂੰ ਕਹਿੰਦੀ ਤੁਹਾਡੇ ਲਈ ਇੱਕ ਬਹੁਤ ਵੱਡਾ ਸਰਪ੍ਰਾਈਜ਼ ਆ। ਮੈਂ ਉਸ ਨੂੰ ਪੁੱਛਿਆ ਕਿਹੜਾ ਸਰਪ੍ਰਾਈਜ਼, ਪਰ ਉਸ ਨੇ ਜਿੱਦ ਕੀਤੀ ਕਿ ਉਹ ਕੱਲ੍ਹ ਨੂੰ ਦੱਸੇਗੀ।
ਉਸ ਤੋਂ ਬਾਅਦ ਮੈਂ ਉਸ ਨੂੰ ਉਸ ਦੇ ਪੇਕੇ ਘਰ ਛੱਡ ਆਇਆ। ਅੱਜ ਮੈਨੂੰ ਫਿਰ ਮੇਰਾ ਪਲਾਨ ਚੇਤੇ ਆ ਗਿਆ ਕਿ ਮੈਂ ਆਪਣੀ ਘਰਵਾਲੀ ਤੋਂ ਛੁਟਕਾਰਾ ਪਾਉਣਾ। ਅੱਜ ਮੈਂ ਸੋਚ ਲਿਆ ਸੀ ਕਿ ਮੈਂ ਆਪਣੇ ਪਲਾਨ ਨੂੰ ਕਾਮਯਾਬ ਕਰਕੇ ਹੀ ਰਹਾਂਗਾ। ਇਹ ਪਲਾਨ ਮੈਨੂੰ ਅੱਜ ਰਾਤ ਨੂੰ ਹੀ ਪੂਰਾ ਕਰਨਾ ਪੈਣਾ ਸੀ। ਉਸ ਸਮੇਂ ਮੈਂ ਇਹ ਬਿਲਕੁਲ ਭੁੱਲ ਗਿਆ ਕਿ ਮੇਰੀ ਘਰਵਾਲੀ ਮੈਨੂੰ ਕਿੰਨਾ ਪਿਆਰ ਕਰਦੀ ਆ। ਮੈਂ ਇਹ ਵੀ ਭੁੱਲ ਗਿਆ ਸੀ ਕਿ ਉਹ ਮੇਰੇ ਲਈ ਕਿੰਨੀ ਲੱਕੀ ਆ। ਜਦੋਂ ਵੀ ਉਹ ਇਸ ਘਰ ਵਿੱਚ ਆਈ ਸੀ, ਮੇਰੇ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਸੀ। ਹੁਣ ਤਾਂ ਮੇਰਾ ਕੰਮ ਕਰਨ ਵਿੱਚ ਵੀ ਦਿਲ ਲੱਗਣ ਲੱਗ ਪਿਆ ਸੀ, ਪਰ ਮੇਰੇ ਸਿਰ 'ਤੇ ਤਾਂ ਇੱਕ ਹੀ ਭੂਤ ਸਵਾਰ ਸੀ, ਉਹ ਸੀ ਅਮੀਰ ਬਣਨ ਦਾ। ਸ਼ਾਮ ਨੂੰ ਮੈਂ ਆਪਣੀ ਘਰਵਾਲੀ ਨੂੰ ਉਸ ਦੇ ਪੇਕੇ ਘਰੋਂ ਵਾਪਸ ਲੈ ਆਇਆ। ਉਹ ਅੱਜ ਬਹੁਤ ਜ਼ਿਆਦਾ ਖੁਸ਼ ਲੱਗ ਰਹੀ ਸੀ। ਮੈਂ ਉਸ ਨੂੰ ਇੰਨਾ ਖੁਸ਼ ਕਦੇ ਨਹੀਂ ਦੇਖਿਆ ਸੀ। ਮੈਨੂੰ ਇਹਨਾਂ ਸਭ ਗੱਲਾਂ ਨਾਲ ਕੋਈ ਮਤਲਬ ਨਹੀਂ ਸੀ। ਬਸ ਮੈਂ ਤਾਂ ਅੱਜ ਆਪਣੇ ਪਲਾਨ ਨੂੰ ਕਾਮਯਾਬ ਕਰਨਾ ਸੀ। ਆਖਿਰ ਉਹ ਦਿਨ ਆ ਗਿਆ ਸੀ। 12 ਵਜੇ ਆਪਣੀ ਘਰਵਾਲੀ ਨੂੰ ਕੋਠੇ 'ਤੇ ਲੈ ਗਿਆ। ਉਹ ਉਸ ਟਾਈਮ ਨੀਂਦ ਵਿੱਚ ਬੈਠੀ ਸੀ। ਫਿਰ ਮੈਂ ਜਲਦੀ ਨਾਲ ਇੱਕ ਮੋਟਾ ਡੰਡਾ ਚੁੱਕਿਆ ਤੇ ਆਪਣੀ ਘਰਵਾਲੀ ਦੇ ਸਿਰ ਵਿੱਚ ਮਾਰਿਆ। ਗਹਿਰੀ ਸੱਟ ਲੱਗਣ ਦੀ ਵਜ੍ਹਾ ਕਰਕੇ ਉਹ ਥੱਲੇ ਡਿੱਗ ਪਈ ਤੇ ਬੇਹੋਸ਼ ਹੋ ਗਈ। ਉਸ ਦੇ ਬਾਅਦ ਮੈਂ ਚੈੱਕ ਕੀਤਾ ਤਾਂ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ। ਇੱਕ ਡੰਡੇ ਦੇ ਨਾਲ ਹੀ ਉਹ ਮਰ ਗਈ ਸੀ। ਥੋੜੇ ਹੀ ਟਾਈਮ ਬਾਅਦ ਉਸ ਦਾ ਸਾਰਾ ਸਰੀਰ ਠੰਡਾ ਪੈ ਗਿਆ ਸੀ। ਸਾਡੇ ਕੋਠੇ ਉੱਪਰ ਇੱਕ ਬਹੁਤ ਪੁਰਾਣਾ ਕਮਰਾ ਬਣਿਆ ਹੋਇਆ ਸੀ, ਜਿੱਥੇ ਕਬਾੜ ਦਾ ਸਮਾਨ ਪਿਆ ਸੀ। ਉੱਥੇ ਕੋਈ ਵੀ ਆਉਂਦਾ ਜਾਂਦਾ ਨਹੀਂ ਸੀ। ਮੈਂ ਜਲਦੀ ਨਾਲ ਆਪਣੀ ਘਰਵਾਲੀ ਨੂੰ ਚੁੱਕਿਆ ਤੇ ਪੇਟੀ ਵਿੱਚ ਲੁਕੋ ਦਿੱਤਾ। ਉਸ ਤੋਂ ਬਾਅਦ ਮੈਂ ਜਲਦੀ ਨਾਲ ਥੱਲੇ ਆ ਗਿਆ। ਮੈਂ ਬੇਫਿਕਰ ਹੋ ਕੇ ਸੌਂ ਗਿਆ ਕਿਉਂਕਿ ਮੈਂ ਬਹੁਤ ਜ਼ਿਆਦਾ ਖੁਸ਼ ਸੀ। ਮੈਂ ਸੋਚਿਆ ਕਿ ਹੁਣ ਮੈਂ ਆਪਣੀ ਗਰੀਬ ਘਰਵਾਲੀ ਤੋਂ ਛੁਟਕਾਰਾ ਪਾ ਲਿਆ ਵਾ। ਹੁਣ ਮੈਂ ਕਿਸੇ ਅਮੀਰ ਕੁੜੀ ਨਾਲ ਵਿਆਹ ਕਰਵਾ ਕੇ ਖੁਸ਼ੀ-ਖੁਸ਼ੀ ਰਹਿ ਸਕਦਾ ਹਾਂ। ਸਵੇਰ ਹੋਈ ਤਾਂ ਮੈਂ ਅਗਲੇ ਦਿਨ ਘਰ ਵਿੱਚ ਰੌਲਾ ਪਾ ਦਿੱਤਾ ਕਿ ਮੇਰੇ ਘਰਵਾਲੀ ਕਿਸੇ ਨਾਲ ਭੱਜ ਗਈ ਆ। ਹੌਲੀ-ਹੌਲੀ ਇਹ ਗੱਲ ਸਾਰੇ ਰਿਸ਼ਤੇਦਾਰਾਂ ਨੂੰ, ਸਾਡੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ। ਅਮਨ ਦੇ ਘਰੇ ਵੀ ਇਹ ਗੱਲ ਪਤਾ ਲੱਗ ਗਈ ਸੀ ਕਿ ਉਹ ਕਿਸੇ ਨਾਲ ਭੱਜ ਗਈ ਆ। ਮੈਂ ਜਾਣ ਕੇ ਰੋਣ ਦਾ ਨਾਟਕ ਕਰਦਾ ਰਿਹਾ। ਸਾਰੇ ਅਮਨ ਨੂੰ ਬੁਰਾ ਭਲਾ ਕਹਿੰਦੇ ਰਹੇ, ਇੱਥੋਂ ਤੱਕ ਕਿ ਮੇਰੇ ਸਹੁਰੇ ਵੀ ਅਮਨ ਨੂੰ ਬਹੁਤ ਬੁਰਾ ਕਹਿੰਦੇ। ਮੈਂ ਅੰਦਰ ਹੀ ਅੰਦਰ ਬਹੁਤ ਜ਼ਿਆਦਾ ਖੁਸ਼ ਹੋ ਰਿਹਾ ਸੀ ਕਿ ਚੱਲ ਵਧੀਆ ਹੋਇਆ, ਮੈਂ ਜਿੱਦਾਂ ਸੋਚਿਆ ਸੀ ਉੱਦਾਂ ਹੀ ਹੋਇਆ। ਸ਼ਾਮ ਤੱਕ ਕੋਈ ਨਾ ਕੋਈ ਸਾਡੇ ਘਰ ਆਉਂਦਾ ਜਾਂਦਾ ਰਹਿੰਦਾ ਸੀ। ਜੋ ਕੋਈ ਵੀ ਆਉਂਦਾ ਉਹ ਅਮਨ ਨੂੰ ਬੁਰਾ ਭਲਾ ਕਹਿ ਕੇ ਚਲਾ ਜਾਂਦਾ। ਸ਼ਾਮ ਨੂੰ ਜਦੋਂ ਮੈਂ ਆਪਣੇ ਕਮਰੇ ਦੇ ਵਿੱਚ ਆਇਆ ਤਾਂ ਮੇਰਾ ਫੋਨ ਵੱਜਿਆ। ਮੇਰਾ ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸੀ, ਇਸ ਕਰਕੇ ਮੈਂ ਫੋਨ ਨਹੀਂ ਚੁੱਕਿਆ। ਪਰ ਪਤਾ ਨਹੀਂ ਕਿਉਂ ਮੇਰੇ ਕਮਰੇ ਵਿੱਚ ਖਾਲੀਪਣ ਜਿਹਾ ਮਹਿਸੂਸ ਹੁੰਦਾ ਸੀ। ਸੱਚ ਦੱਸਾਂ ਤਾਂ ਮੈਨੂੰ ਮੇਰੇ ਘਰਵਾਲੀ ਦੀ ਬਹੁਤ ਯਾਦ ਆ ਰਹੀ ਸੀ। ਮੈਨੂੰ ਉਸ ਦੀ ਕਮੀ ਮਹਿਸੂਸ ਹੋ ਰਹੀ ਸੀ। ਮੇਰੇ ਦਿਮਾਗ ਵਿੱਚ ਅਜੀਬ ਜਿਹੇ ਖਿਆਲ ਆ ਰਹੇ ਸੀ ਕਿ ਮੈਂ ਅਮਨ ਨੂੰ ਮਾਰ ਕੇ ਕੁਝ ਗਲਤ ਤਾਂ ਨਹੀਂ ਕੀਤਾ। ਮੈਨੂੰ ਉਸ ਦੀ ਯਾਦ ਆ ਰਹੀ ਸੀ। ਉਸ ਨੂੰ ਯਾਦ ਕਰਕੇ ਮੈਂ ਰੋਣ ਲੱਗ ਪਿਆ। ਥੋੜੇ ਟਾਈਮ ਬਾਅਦ ਦੁਬਾਰਾ ਫਿਰ ਤੋਂ ਫੋਨ ਵੱਜਿਆ। ਮੈਂ ਫੋਨ ਕੱਟ ਦਿੱਤਾ ਕਿਉਂਕਿ ਮੇਰਾ ਕਿਸੇ ਨਾਲ ਵੀ ਗੱਲ ਕਰਨ ਨੂੰ ਦਿਲ ਨਹੀਂ ਕਰਦਾ ਸੀ। ਇੰਨੇ ਦਿਨਾਂ ਵਿੱਚ ਮੈਨੂੰ ਆਪਣੇ ਘਰਵਾਲੀ ਦੇ ਨਾਲ ਸੌਣ ਦੀ ਆਦਤ ਪੈ ਗਈ ਸੀ। ਉਸ ਦੇ ਬਿਨਾਂ ਬੈੱਡ 'ਤੇ ਨੀਂਦ ਵੀ ਨਹੀਂ ਆਉਂਦੀ ਸੀ। ਥੋੜੇ ਟਾਈਮ ਬਾਅਦ ਫਿਰ ਫੋਨ ਵੱਜਿਆ ਤੇ ਇਸ ਵਾਰ ਮੈਂ ਫੋਨ ਚੁੱਕ ਲਿਆ। ਕੋਈ ਆਦਮੀ ਬੋਲ ਰਿਹਾ ਸੀ। ਉਸ ਦੀ ਗੱਲ ਸੁਣ ਕੇ ਮੇਰੇ ਹੋਸ਼ ਉੱਡ ਗਏ। ਉਹ ਮੇਰੀ ਘਰਵਾਲੀ ਦਾ ਨਾਂ ਲੈ ਕੇ ਬੋਲ ਰਿਹਾ ਸੀ ਕਿ ਤੁਹਾਡੀ ਪਤਨੀ ਅਮਨ ਦੇ ਨਾਮ ਤੇ 5 ਕਰੋੜ ਦੀ ਲਾਟਰੀ ਨਿਕਲੀ ਹੈ। ਕੂਪਨ ਕੋਡ ਨਾਲ ਤੁਸੀਂ ਲਾਟਰੀ ਦੇ ਪੈਸੇ ਲੈ ਜਾਓ। ਉਹਨਾਂ ਦੀ ਗੱਲ ਸੁਣਦੇ ਹੀ ਮੇਰੇ ਹੋਸ਼ ਉੱਡ ਗਏ। ਮੈਂ ਆਪਣੀ ਸੱਸ ਨੂੰ ਫੋਨ ਲਾਇਆ। ਮੇਰੀ ਸੱਸ ਨੇ ਦੱਸਿਆ ਕਿ ਉਹ ਕੋਡ ਤਾਂ ਉਸਦੇ ਆਪਣੇ ਗਲੇ ਦੇ ਲਾਕਟ ਵਿੱਚ ਪਾਇਆ ਹੋਇਆ ਸੀ। ਇਹ ਸੁਣਦੇ ਹੀ ਮੈਂ ਜਲਦੀ ਨਾਲ ਕੋਠੇ 'ਤੇ ਚੜ੍ਹ ਗਿਆ। ਮੈਂ ਜਲਦੀ ਨਾਲ ਪੇਟੀ ਨੂੰ ਖੋਲ੍ਹਿਆ, ਪਰ ਮੈਂ ਇਹ ਦੇਖ ਕੇ ਹੈਰਾਨ ਰਹਿ ਗਿਆ ਕਿ ਮੇਰੀ ਪਤਨੀ ਉੱਥੇ ਹੈ ਹੀ ਨਹੀਂ ਸੀ। ਮੈਂ ਡਰ ਦੇ ਮਾਰੇ ਭੱਜਦਾ ਹੋਇਆ ਆਪਣੇ ਕਮਰੇ 'ਚ ਆ ਗਿਆ। ਮੇਰਾ ਸਰੀਰ ਪੂਰੀ ਤਰ੍ਹਾਂ ਪਸੀਨੇ ਨਾਲ ਭਿੱਜ ਗਿਆ ਸੀ। ਅੱਖਾਂ ਸਾਹਮਣੇ ਬਾਰ-ਬਾਰ ਉਹੀ ਸੀਨ ਆ ਰਿਹਾ ਸੀ। ਦਿਮਾਗ ਘੁੰਮ ਰਿਹਾ ਸੀ। ਮੈਨੂੰ ਬਹੁਤ ਹੀ ਜ਼ਿਆਦਾ ਡਰ ਵੀ ਲੱਗ ਰਿਹਾ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਹੁਣੇ ਹੀ ਇੱਥੋਂ ਭੱਜ ਜਾਵਾਂ,
ਫਿਰ ਮੇਰੇ ਮਨ ਵਿੱਚ ਖਿਆਲ ਆਇਆ ਕਿ ਮੈਨੂੰ ਕਿਸੇ ਨੇ ਪੁੱਛਿਆ ਤੂੰ ਕਿੱਥੇ ਚੱਲਿਆ ਤਾਂ ਮੈਂ ਕੀ ਜਵਾਬ ਦੇਵਾਂਗਾ। ਮੈਂ ਆਪਣੇ ਘਰਵਾਲੀ ਦੇ ਭੱਜਣ ਦਾ ਡਰਾਮਾ ਕੀਤਾ ਸੀ। ਜੇ ਮੈਂ ਵੀ ਘਰੋਂ ਭੱਜ ਜਾਂਦਾ ਤਾਂ ਸਾਰਿਆਂ ਨੂੰ ਮੇਰੇ 'ਤੇ ਸ਼ੱਕ ਹੋਣਾ ਸੀ। ਮੈਂ ਸਿਰ ਫੜ ਕੇ ਬਹਿ ਗਿਆ। ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਸੀ। ਸਾਰੀ ਰਾਤ ਮੈਨੂੰ ਡਰ ਦੀ ਵਜ੍ਹਾ ਕਰਕੇ ਨੀਂਦ ਨਹੀਂ ਆਈ। ਸਵੇਰੇ ਤੜਕੇ 4 ਵਜੇ ਮੇਰੀ ਅੱਖ ਲੱਗੀ। ਮੈਂ ਸਵੇਰੇ 11 ਵਜੇ ਮੇਰੀ ਅੱਖ ਖੁੱਲ੍ਹੀ। ਰਾਤ ਵਾਲੀ ਗੱਲ ਯਾਦ ਕਰਕੇ ਮੈਨੂੰ ਫਿਰ ਬਹੁਤ ਡਰ ਲੱਗ ਰਿਹਾ ਸੀ। ਮੈਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆ ਰਿਹਾ ਸੀ ਕਿਉਂਕਿ ਮੈਂ ਲਾਲਚ ਕਰਕੇ ਆਪਣੀ ਇੰਨੀ ਸੋਹਣੀ ਅਤੇ ਪਿਆਰ ਕਰਨ ਵਾਲੀ ਘਰਵਾਲੀ ਨਾਲ ਗਲਤ ਕੀਤਾ ਸੀ। ਇਸ ਕਰਕੇ ਮੈਂ ਸੋਚਿਆ ਕਿ ਅੱਜ ਰਾਤ ਨੂੰ ਹੀ ਮੈਂ ਘਰੋਂ ਭੱਜ ਜਾਂਦਾ ਹਾਂ। ਡਰ ਦੇ ਮਾਰੇ ਤਾਂ ਮੇਰੇ ਤੋਂ ਰੋਟੀ ਨਹੀਂ ਖਾ ਹੁੰਦੀ ਸੀ। ਰਾਤ ਹੋਈ ਤਾਂ ਮੈਂ ਆਪਣੇ ਕਮਰੇ ਵਿੱਚ ਆ ਗਿਆ। ਮੈਂ ਦੇਖਿਆ ਕਿ ਥੋੜ੍ਹੇ ਹੀ ਟਾਈਮ ਬਾਅਦ ਮੇਰੇ ਪਾਪਾ ਵੀ ਮੇਰੇ ਕਮਰੇ ਵਿੱਚ ਆ ਗਏ। ਉਹਨਾਂ ਨੂੰ ਇਸ ਤਰ੍ਹਾਂ ਆਪਣੇ ਕਮਰੇ ਵਿੱਚ ਦੇਖ ਕੇ ਮੈਂ ਬਹੁਤ ਹੈਰਾਨ ਹੋਇਆ ਕਿਉਂਕਿ ਮੈਨੂੰ ਲੱਗਦਾ ਸੀ ਕਿ ਉਹਨਾਂ ਨੂੰ ਸਭ ਕੁਝ ਪਤਾ ਲੱਗ ਗਿਆ। ਮੇਰੇ ਪਾਪਾ ਮੇਰੇ ਕੋਲ ਆ ਕੇ ਬੈਠ ਗਏ। ਆਪੇ ਪੁੱਛਣ ਲੱਗੇ ਕਿ ਤੇਰਾ ਮੂੰਹ ਇੰਨਾ ਲਟਕਿਆ ਹੋਇਆ ਕਿਉਂ ਆ, ਕੋਈ ਪਰੇਸ਼ਾਨੀ ਆ? ਮੈਂ ਇੱਕਦਮ ਘਬਰਾ ਗਿਆ। ਮੈਂ ਪਾਪਾ ਨੂੰ ਕਿਹਾ ਕਿ ਜਿਸ ਦੀ ਘਰਵਾਲੀ ਘਰੋਂ ਭੱਜ ਗਈ ਹੋਵੇ ਉਹ ਦੁਖੀ ਨਾ ਹੋਵੇ ਤੇ ਹੋਰ ਕੀ ਕਰੇ। ਪਰ ਮੇਰੇ ਪਾਪਾ ਨੂੰ ਮੇਰੀ ਗੱਲ ਨਾਲ ਕੋਈ ਫਰਕ ਨਹੀਂ ਸੀ। ਮੇਰੇ ਪਾਪਾ ਨੇ ਫਿਰ ਮੈਨੂੰ ਪੁੱਛਿਆ ਕਿ ਕੁਲਦੀਪ ਸੱਚ-ਸੱਚ ਦੱਸ ਗੱਲ ਕੀ ਆ। ਮੈਨੂੰ ਪਤਾ ਤੂੰ ਝੂਠ ਬੋਲ ਰਿਹਾ, ਗੱਲ ਕੋਈ ਹੋਰ ਆ ਜੋ ਤੂੰ ਮੈਨੂੰ ਦੱਸਣਾ ਨਹੀਂ। ਉਹਨਾਂ ਦੇ ਸਵਾਲ ਨੇ ਮੇਰੀ ਬੋਲਤੀ ਬੰਦ ਕਰ ਦਿੱਤੀ। ਮੇਰੇ ਪਾਪਾ ਨੂੰ ਮੇਰੇ 'ਤੇ ਸ਼ੱਕ ਹੋ ਰਿਹਾ ਸੀ। ਹੁਣ ਸੱਚ ਦੱਸਣ ਦੀ ਬਜਾਏ ਮੇਰੇ ਕੋਲ ਕੋਈ ਰਸਤਾ ਨਹੀਂ ਸੀ। ਫਿਰ ਮੈਂ ਪਾਪਾ ਨੂੰ ਸਭ ਕੁਝ ਸੱਚ ਦੱਸ ਦਿੱਤਾ। ਮੇਰੇ ਪਾਪਾ ਮੇਰੀ ਗੱਲ ਸੁਣ ਕੇ ਬਹੁਤ ਹੈਰਾਨ ਹੋਏ ਤੇ ਸਿਰ ਫੜ ਕੇ ਬਹਿ ਗਏ। ਮੇਰੇ ਪਾਪਾ ਗੁੱਸੇ ਵਿੱਚ ਬੋਲੇ ਕਿ ਕੁਲਦੀਪ ਇਹ ਤੂੰ ਕੀ ਕੀਤਾ? ਉਹ ਤਾਂ ਵਿਚਾਰੀ ਇੰਨੀ ਚੰਗੀ ਸੀ, ਮੇਰੀ ਕਿੰਨੀ ਸੇਵਾ ਕਰਦੀ ਸੀ, ਇਸ ਘਰ ਨੂੰ ਆਪਣਾ ਮੰਨਦੀ ਸੀ। ਇਹ ਤੂੰ ਠੀਕ ਨਹੀਂ ਕੀਤਾ। ਉਹ ਆਪਣੇ 'ਤੇ ਕਿੰਨਾ ਵਿਸ਼ਵਾਸ ਕਰਦੀ ਸੀ ਪਰ ਤੂੰ ਉਸ ਦੇ ਨਾਲ ਬਹੁਤ ਮਾੜਾ ਕੀਤਾ। ਰੱਬ ਤੈਨੂੰ ਕਦੇ ਮਾफ़ ਨਹੀਂ ਕਰੇਗਾ ਤੇ ਨਾ ਤੈਨੂੰ ਕਦੇ ਮਾफ़ ਕਰ ਸਕਦਾ। ਮੈਂ ਪਾਪਾ ਨੂੰ ਸ਼ਾਂਤ ਕੀਤਾ। ਪਾਪਾ ਕਹਿੰਦੇ ਮੈਨੂੰ ਲੱਗਦਾ ਤੇਰੀ ਪਤਨੀ 'ਤੇ ਕਿਤੇ ਭੂਤ ਦਾ ਸਾਇਆ। ਪਾਪਾ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਡਰ ਗਿਆ ਸੀ। ਮੈਂ ਪਾਪਾ ਨੂੰ ਕਿਹਾ ਕਿ ਪਾਪਾ ਮੈਂ ਇਹ ਘਰ ਛੱਡ ਕੇ ਚਲਾ ਜਾਂਦਾ। ਪਾਪਾ ਨੇ ਮੈਨੂੰ ਜਾਣ ਤੋਂ ਰੋਕਿਆ ਤੇ ਕਿਹਾ ਬੇਟਾ ਨਾ ਜਾ, ਕੋਈ ਹੋਰ ਮੁਸੀਬਤ ਪੈ ਜਾਣੀ ਆ। ਮੈਂ ਆਪਣੇ ਪਾਪਾ ਦੀ ਇੱਕ ਨਾ ਸੁਣੀ ਤੇ ਆਪਣਾ ਬੈਗ ਚੁੱਕ ਕੇ ਕਮਰੇ 'ਚੋਂ ਬਾਹਰ ਆ ਗਿਆ। ਅਜੇ ਮੈਂ ਘਰੋਂ ਨਿਕਲਣ ਹੀ ਲੱਗਾ ਸੀ ਕਿ ਉਸੇ ਵੇਲੇ ਮੇਰੇ ਸਹੁਰੇ ਦਾ ਫੋਨ ਆਇਆ। ਉਹਨਾਂ ਦੀ ਗੱਲ ਸੁਣ ਕੇ ਤਾਂ ਮੇਰੀ ਜਾਨ ਨਿਕਲ ਗਈ। ਮੈਂ ਉਸੇ ਵੇਲੇ ਘਰੋਂ ਭੱਜਣਾ ਚਾਹੁੰਦਾ ਸੀ। ਮੈਂ ਦੇਖਿਆ ਕਿ ਉਸੇ ਵੇਲੇ ਕਿਸੇ ਨੇ ਬੂਹਾ ਖੜਕਾਇਆ। ਮੈਂ ਪਾਪਾ ਨੂੰ ਕਿਹਾ ਕਿ ਤੁਸੀਂ ਦਰਵਾਜ਼ਾ ਨਾ ਖੋਲ੍ਹਿਓ, ਪਰ ਉਹ ਦਰਵਾਜ਼ਾ ਤੋੜ ਕੇ ਅੰਦਰ ਆ ਗਏ। ਉਹਨਾਂ ਦੇ ਨਾਲ ਪੁਲਿਸ ਵੀ ਸੀ। ਮੇਰੀ ਜਾਨ ਤਾਂ ਉਦੋਂ ਨਿਕਲੀ ਜਦੋਂ ਮੈਂ ਉਹਨਾਂ ਦੇ ਨਾਲ ਆਪਣੀ ਪਤਨੀ ਅਮਨ ਨੂੰ ਦੇਖਿਆ। ਮੈਂ ਬਹੁਤ ਡਰ ਗਿਆ ਸੀ ਕਿ ਉਹ ਤਾਂ ਮਰ ਗਈ ਸੀ, ਫਿਰ ਉਹ ਇੱਥੇ ਕਿੱਦਾਂ? ਬਹੁਤ ਹੈਰਾਨੀ ਨਾਲ ਅਮਨ ਨੂੰ ਦੇਖਦਾ ਰਿਹਾ। ਉਹ ਇੱਕਦਮ ਸਹੀ ਸਲਾਮਤ ਮੇਰੇ ਸਾਹਮਣੇ ਖੜੀ ਸੀ। ਮੈਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸੱਚ ਹੈ ਜਾਂ ਝੂਠ, ਕਿਉਂਕਿ ਮੈਂ ਤਾਂ ਖੁਦ ਮਾਰਨ ਤੋਂ ਬਾਅਦ ਉਸ ਨੂੰ ਚੈੱਕ ਵੀ ਕੀਤਾ ਸੀ। ਉਸ ਤੋਂ ਬਾਅਦ ਮੈਂ ਉਸ ਨੂੰ ਪੇਟੀ ਵਿੱਚ ਲੁਕੋ ਦਿੱਤਾ ਸੀ। ਇਹੀ ਸੋਚ ਕੇ ਮੇਰਾ ਦਿਮਾਗ ਘੁੰਮ ਰਿਹਾ ਸੀ। ਉਸੇ ਵੇਲੇ ਮੇਰੇ ਸਹੁਰਾ ਅੱਗੇ ਆਇਆ ਤੇ ਮੈਨੂੰ ਕਹਿਣ ਲੱਗਿਆ ਕਿ ਬੇਟਾ ਮੈਂ ਤੇਰੀ ਭੱਜੀ ਹੋਈ ਘਰਵਾਲੀ ਨੂੰ ਵਾਪਸ ਕਰਨ ਆਇਆ ਹਾਂ। ਮੈਨੂੰ ਮਾफ़ ਕਰ ਦੇ ਪੁੱਤ, ਮੇਰੀ ਪਰਵਰਿਸ਼ ਵਿੱਚ ਕੋਈ ਕਮੀ ਰਹਿ ਗਈ ਸੀ ਜੋ ਮੇਰੀ ਕੁੜੀ ਨੇ ਮੈਨੂੰ ਇਹ ਦਿਖਾਇਆ। ਪਰ ਜੇ ਮੇਰੀ ਕੁੜੀ ਨੇ ਅੱਗੇ ਤੋਂ ਇੱਦਾਂ ਦੀ ਹਰਕਤ ਕੀਤੀ ਮੈਂ ਉਸ ਨੂੰ ਜਾਨੋਂ ਮਾਰ ਦਿਆਂਗਾ। ਮੈਨੂੰ ਤਾਂ ਲੱਗਦਾ ਸੀ ਕਿ ਉਹ ਮੈਨੂੰ ਗ੍ਰਿਫਤਾਰ ਕਰਵਾਉਣ ਆਇਆ, ਪਰ ਇੱਦਾਂ ਦਾ ਕੁਝ ਨਹੀਂ ਸੀ। ਮੇਰੇ ਘਰਵਾਲੀ ਨੂੰ ਛੱਡ ਕੇ ਚਲੇ ਗਏ, ਪਰ ਮੈਂ ਬਹੁਤ ਟੈਨਸ਼ਨ ਵਿੱਚ ਸੀ। ਮੈਂ ਅਮਨ ਵੱਲ ਦੇਖਿਆ, ਉਹ ਚੁੱਪਚਾਪ ਆਪਣੇ ਕਮਰੇ ਵਿੱਚ ਚਲੀ ਗਈ। ਮੇਰੇ ਪਾਪਾ ਤਾਂ ਡਰੇ ਹੋਏ ਸੀ। ਮੈਂ ਤੇ ਮੇਰੇ ਪਾਪਾ ਅਮਨ ਦੇ ਪਿੱਛੇ ਉਸ ਦੇ ਕਮਰੇ ਤੱਕ ਚਲੇ ਗਏ। ਉਹ ਬੈੱਡ 'ਤੇ ਬੈਠੀ ਹੋਈ ਸੀ। ਉਸਨੇ ਸਾਨੂੰ ਦੇਖਿਆ ਤੇ ਕਹਿਣ ਲੱਗੀ ਕਿ ਮੈਨੂੰ ਪਤਾ ਤੁਸੀਂ ਮੈਨੂੰ ਦੇਖ ਕੇ ਬਹੁਤ ਹੈਰਾਨ ਹੋ। ਤੁਸੀਂ ਸੋਚਦੇ ਹੋਣੇ ਆ ਕਿ ਮੈਂ ਮਰੀ ਕਿਉਂ ਨਹੀਂ, ਮੈਂ ਜਿੰਦਾ ਕਿੱਦਾਂ। ਪਾਪਾ ਤੁਹਾਡੇ ਮੁੰਡੇ ਨੇ ਮੈਨੂੰ ਮਾਰਨ ਵਿੱਚ ਕੋਈ ਕਸਰ ਨਹੀਂ ਛੱਡੀ ਸੀ।
ਕੁਲਦੀਪ, ਇਸ ਤੋਂ ਪਹਿਲਾਂ ਮੈਂ ਅੱਗੇ ਦੀ ਸੱਚਾਈ ਦੱਸਾਂ, ਪਹਿਲਾਂ ਇਹ ਦੱਸੋ ਤੁਸੀਂ ਮੈਨੂੰ ਮਾਰਨ ਦੀ ਕੋਸ਼ਿਸ਼ ਕਿਉਂ ਕੀਤੀ? ਉਸ ਤੋਂ ਬਾਅਦ ਮੈਂ ਸਾਰੀ ਸੱਚਾਈ ਆਪਣੀ ਘਰਵਾਲੀ ਨੂੰ ਦੱਸ ਦਿੱਤੀ ਕਿ ਮੈਂ ਲਾਲਚ ਵਿੱਚ ਪੈ ਗਿਆ ਸੀ। ਮੈਂ ਆਸਾਨ ਤਰੀਕੇ ਨਾਲ ਪੈਸੇ ਕਮਾਉਣਾ ਚਾਹੁੰਦਾ ਸੀ। ਇਸ ਕਰਕੇ ਮੈਂ ਕਿਸੇ ਕੁੜੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਜੋ ਅਮੀਰ ਹੋਵੇ। ਅਮੀਰ ਕੁੜੀ ਨਾਲ ਵਿਆਹ ਕਰਵਾ ਕੇ ਮੈਂ ਵੀ ਅਮੀਰ ਹੋਣਾ ਚਾਹੁੰਦਾ ਸੀ, ਪਰ ਮੇਰਾ ਵਿਆਹ ਤੇਰੇ ਵਰਗੀ ਗਰੀਬ ਕੁੜੀ ਨਾਲ ਹੋ ਗਿਆ ਸੀ। ਇਸ ਲਈ ਮੈਂ ਤੈਨੂੰ ਖਤਮ ਕਰਨਾ ਚਾਹੁੰਦਾ ਸੀ। ਮੇਰੀ ਗੱਲ ਸੁਣ ਕੇ ਉਹ ਰੋਣ ਲੱਗ ਪਈ ਤੇ ਕਹਿਣ ਲੱਗੀ ਕਿ ਕੁਲਦੀਪ, ਮੈਂ ਤੈਨੂੰ ਸੱਚੇ ਦਿਲੋਂ ਪਿਆਰ ਕੀਤਾ ਸੀ। ਪੂਰੇ ਤਨ ਮਨ ਨਾਲ ਮੈਂ ਤੈਨੂੰ ਆਪਣਾ ਪਤੀ ਸਮਝਦੀ ਸੀ। ਵਿਆਹ ਕਰਵਾਉਣ ਤੋਂ ਪਹਿਲਾਂ ਮੈਂ ਵੀ ਆਪਣੇ ਘਰਦਿਆਂ ਨੂੰ ਨਾ ਕਰ ਦਿੱਤੀ ਸੀ। ਮੈਂ ਵੀ ਬਹੁਤ ਗਰੀਬੀ ਦੇ ਦਿਨ ਦੇਖੇ ਸੀ। ਮੈਂ ਬਹੁਤ ਸੋਹਣੀ ਸੀ, ਇਸ ਕਰਕੇ ਮੈਂ ਵੀ ਚਾਹੁੰਦੀ ਸੀ ਕਿ ਮੇਰਾ ਵਿਆਹ ਕਿਸੇ ਅਮੀਰ ਮੁੰਡੇ ਨਾਲ ਹੋ ਜਾਵੇ। ਮੈਂ ਆਪਣੇ ਘਰਦਿਆਂ ਨੂੰ ਮਨਾ ਵੀ ਕੀਤਾ ਸੀ ਕਿ ਮੈਂ ਗਰੀਬ ਮੁੰਡੇ ਨਾਲ ਵਿਆਹ ਨਹੀਂ ਕਰਵਾਉਣਾ, ਪਰ ਮੇਰੇ ਘਰਦਿਆਂ ਨਹੀਂ ਮੰਨੇ। ਮੇਰਾ ਰਿਸ਼ਤਾ ਤੁਹਾਡੇ ਨਾਲ ਤੈਅ ਕਰ ਦਿੱਤਾ। ਪਰ ਜਦੋਂ ਮੈਂ ਇਸ ਘਰ ਵਿੱਚ ਆਈ, ਤੁਹਾਡਾ ਪਿਆਰ ਪਾ ਕੇ ਅਮੀਰੀ ਗਰੀਬੀ ਦਾ ਫਰਕ ਭੁੱਲ ਗਈ। ਮੈਂ ਸਮਝ ਗਈ ਸੀ ਕਿ ਪੈਸੇ ਤੋਂ ਜ਼ਿਆਦਾ ਪਿਆਰ ਦੀ ਅਹਿਮੀਅਤ ਹੁੰਦੀ ਆ। ਕਿਉਂਕਿ ਕੁਲਦੀਪ, ਤੁਸੀਂ ਇੰਨੇ ਦਿਨਾਂ ਤੱਕ ਮੇਰਾ ਕਿੰਨਾ ਖਿਆਲ ਰੱਖਿਆ ਸੀ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚ ਸਕਦੀ ਸੀ ਤੁਸੀਂ ਮੇਰੇ ਨਾਲ ਐਦਾਂ ਕਰੋਗੇ। ਉਸ ਦਿਨ ਜਦੋਂ ਤੁਸੀਂ ਮੇਰੇ ਡੰਡਾ ਮਾਰਿਆ ਸੀ, ਦਰਦ ਦੀ ਵਜ੍ਹਾ ਕਰਕੇ ਮੈਂ ਥੱਲੇ ਡਿੱਗ ਗਈ ਸੀ। ਕੁਲਦੀਪ, ਜਦੋਂ ਤੁਸੀਂ ਮੇਰੇ ਕੋਲ ਆ ਕੇ ਮੈਨੂੰ ਚੈੱਕ ਕਰਨ ਲੱਗੇ ਕਿ ਮੈਂ ਮਰੀ ਆ ਜਾਂ ਜਿੰਦਾ, ਉਸ ਵੇਲੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਮੈਨੂੰ ਜਾਨੋਂ ਮਾਰਨਾ ਚਾਹੁੰਦੇ ਹੋ। ਮੈਂ ਉਸੇ ਟਾਈਮ ਆਪਣਾ ਸਾਹ ਰੋਕ ਲਿਆ ਸੀ। ਜਦੋਂ ਤੁਹਾਨੂੰ ਇਹ ਪਤਾ ਲੱਗਿਆ ਕਿ ਮੈਂ ਮਰ ਗਈ ਹਾਂ, ਤੁਸੀਂ ਮੈਨੂੰ ਪੇਟੀ ਵਿੱਚ ਬੰਦ ਕਰ ਦਿੱਤਾ। ਤੁਹਾਡੇ ਜਾਣ ਤੋਂ ਬਾਅਦ ਮੈਂ ਬਾਹਰ ਨਿਕਲੀ ਤੇ ਹੌਲੀ-ਹੌਲੀ ਆਪਣੇ ਘਰ ਪਹੁੰਚ ਗਈ। ਜਦੋਂ ਮੈਂ ਘਰ ਪਹੁੰਚੀ ਤਾਂ ਮੇਰੀ ਭੈਣ ਦੇ ਕਮਰੇ ਦਾ ਦਰਵਾਜ਼ਾ ਖੁੱਲ੍ਹਾ ਸੀ। ਮੈਂ ਆਪਣੀ ਭੈਣ ਨੂੰ ਕਿਸੇ ਨੂੰ ਵੀ ਕੁਝ ਦੱਸਣ ਤੋਂ ਮਨਾ ਕਰ ਦਿੱਤਾ। ਮੈਂ ਆਪਣੀ ਭੈਣ ਨੂੰ ਸਾਰਾ ਕੁਝ ਦੱਸ ਦਿੱਤਾ ਸੀ। ਮੇਰੀ ਭੈਣ ਕਹਿੰਦੀ, ਉਹਨਾਂ ਨੇ ਗਲਤੀ ਕੀਤੀ ਆ, ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਕੁਲਦੀਪ, ਜਿਸ ਦਿਨ ਮੈਂ ਆਪਣੇ ਘਰ ਗਈ ਸੀ, ਮੈਂ ਤੈਨੂੰ ਕਿਹਾ ਸੀ ਕਿ ਮੈਂ ਤੈਨੂੰ ਸਰਪ੍ਰਾਈਜ਼ ਦੇਣਾ। ਮੈਂ ਇਹ ਦੱਸਣਾ ਚਾਹੁੰਦੀ ਸੀ ਕਿ ਮੈਂ ਮਾਂ ਬਣਨ ਵਾਲੀ ਆ। ਮੈਂ ਚਾਹੁੰਦੀ ਤਾਂ ਮੈਂ ਇਹ ਗੱਲ ਪੁਲਿਸ ਨੂੰ ਵੀ ਦੱਸ ਸਕਦੀ ਸੀ, ਪਰ ਮੈਂ ਇਦਾਂ ਨਹੀਂ ਕੀਤਾ। ਮੈਂ ਤੈਨੂੰ ਬਹੁਤ ਪਿਆਰ ਕਰਦੀ ਸੀ। ਮੈਂ ਆਪਣੇ ਬੱਚੇ ਦੇ ਜਨਮ ਤੋਂ ਪਹਿਲਾਂ ਉਸ ਦੀ ਜ਼ਿੰਦਗੀ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ। ਮੈਂ ਆਪਣੇ ਬੱਚੇ ਨੂੰ ਇਹ ਗੱਲ ਦੱਸ ਕੇ ਦੁਖੀ ਨਹੀਂ ਕਰ ਸਕਦੀ ਸੀ ਕਿ ਉਹ ਇੱਕ ਖੂਨੀ ਦਾ ਬੱਚਾ। ਮੈਂ ਆਪਣੇ ਘਰਦਿਆਂ ਨੂੰ ਇਹ ਯਕੀਨ ਦਿਵਾਇਆ ਕਿ ਮੈਨੂੰ ਕਿਸੇ ਨੇ ਅਗਵਾ ਕਰ ਲਿਆ ਸੀ। ਸਭ ਤੋਂ ਪਹਿਲਾਂ ਤਾਂ ਆਪਣੇ ਪਾਪਾ ਨਾਲ ਪੁਲਿਸ ਸਟੇਸ਼ਨ ਗਈ ਤੇ ਉੱਥੇ ਆਪਣੇ ਲਾਪਤਾ ਹੋਣ ਦੀ ਖਬਰ ਮੈਂ ਪੁਲਿਸ ਵਾਲਿਆਂ ਨੂੰ ਦੱਸੀ। ਫਿਰ ਮੈਂ ਇੱਥੇ ਆ ਗਈ। ਕੁਲਦੀਪ, ਮੈਂ ਇਸ ਘਰ ਵਿੱਚ ਉਦੋਂ ਤੱਕ ਆ ਜਦੋਂ ਤੱਕ ਮੇਰਾ ਬੱਚਾ ਜਨਮ ਨਹੀਂ ਲੈਂਦਾ। ਉਸ ਤੋਂ ਬਾਅਦ ਮੈਂ ਆਪਣਾ ਕੋਈ ਇੰਤਜ਼ਾਮ ਕਰ ਲਵਾਂਗੀ। ਮੈਂ ਕੋਈ ਛੋਟੀ ਮੋਟੀ ਨੌਕਰੀ ਕਰ ਲਵਾਂਗੀ। ਇਸ ਘਰ ਨੂੰ ਹਮੇਸ਼ਾ ਲਈ ਛੱਡ ਕੇ ਚਲੀ ਜਾਵਾਂਗੀ। ਇਹ ਕਹਿੰਦੇ ਕਹਿੰਦੇ ਉਹ ਰੋਣ ਲੱਗ ਪਈ। ਮੈਂ ਉਸ ਦੇ ਪੈਰੀਂ ਡਿੱਗ ਪਿਆ। ਅਮਨ, ਮੈਨੂੰ ਮਾਫ਼ ਕਰ ਦੇ, ਮੈਂ ਲਾਲਚੀ ਹੋ ਗਿਆ ਸੀ। ਅਮਨ, ਇਹ ਨਾ ਸੋਚੀ ਕਿ ਸ਼ਾਇਦ ਮੈਂ ਪੈਸਿਆਂ ਕਰਕੇ ਬਦਲ ਗਿਆ। ਮੇਰਾ ਯਕੀਨ ਕਰ, ਤੈਨੂੰ ਮਾਰਨ ਤੋਂ ਬਾਅਦ ਮੈਨੂੰ ਵੀ ਚੈਨ ਨਹੀਂ ਸੀ ਆਉਂਦਾ। ਮੇਰਾ ਦਿਲ ਬਹੁਤ ਦੁਖੀ ਸੀ। ਮੈਨੂੰ ਬਹੁਤ ਯਾਦ ਆਉਂਦੀ ਸੀ। ਮੈਨੂੰ ਇੱਕ ਮੌਕਾ ਦੇ ਦੇ, ਮੈਂ ਤੈਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗਾ। ਪਰ ਉਹ ਮੇਰੇ ਨਾਲ ਬਹੁਤ ਗੁੱਸੇ ਸੀ। ਉਸ ਦਾ ਗੁੱਸਾ ਕਰਨਾ ਵੀ ਠੀਕ ਸੀ। ਮੈਂ ਗਲਤੀ ਹੀ ਇੰਨੀ ਵੱਡੀ ਕੀਤੀ ਸੀ, ਪਰ ਮੈਨੂੰ ਉਹ ਬੁਲਾਉਂਦੀ ਨਹੀਂ ਸੀ। ਹੁਣ ਉਹ ਅਲੱਗ ਕਮਰੇ ਵਿੱਚ ਰਹਿੰਦੀ ਸੀ। ਲਾਟਰੀ ਦੇ ਪੈਸੇ ਮਿਲ ਗਏ ਤੇ ਅਮਨ ਨੇ ਉਹ ਸਾਰੇ ਪੈਸੇ ਮੇਰੇ ਸਾਹਮਣੇ ਰੱਖ ਦਿੱਤੇ ਤੇ ਕਹਿੰਦੀ, ਆ ਲਓ, ਆਪਣਾ ਲਾਲਚ ਪੂਰਾ ਕਰ ਲਓ। ਪਰ ਮੈਂ ਉਹ ਸਾਰੇ ਪੈਸੇ ਬਿਰਧ ਆਸ਼ਰਮ ਦੇ ਆਇਆ। ਮੈਨੂੰ ਹੁਣ ਪੈਸੇ ਨਾਲ ਕੋਈ ਮਤਲਬ ਨਹੀਂ ਸੀ। ਮੈਨੂੰ ਤਾਂ ਬਸ ਆਪਣੀ ਪਤਨੀ ਦਾ ਪਿਆਰ ਚਾਹੀਦਾ ਸੀ, ਜਿਸ ਦੇ ਲਈ ਮੈਂ ਤਰਸ ਗਿਆ ਸੀ। ਹੁਣ ਮੈਂ ਸਾਰਾ ਦਿਨ ਮਿਹਨਤ ਕਰਦਾ ਤੇ ਪੈਸਾ ਕਮਾਉਂਦਾ। ਅਮਨ ਮੇਰੇ ਲਈ ਬਹੁਤ ਖਾਸ ਆ। ਉਸ ਦੇ ਘਰ ਆਉਂਦਿਆਂ ਹੀ ਮੇਰੇ ਘਰ ਦੇ ਹਾਲਾਤ ਵੀ ਬਦਲ ਗਏ। ਹੌਲੀ ਹੌਲੀ ਮੇਰੀ ਮਿਹਨਤ ਨਾਲ ਘਰ ਦੀ ਸਾਰੀ ਗਰੀਬੀ ਦੂਰ ਹੋ ਗਈ। ਮੇਰੀ ਘਰਵਾਲੀ ਨੇ ਇੱਕ ਬਹੁਤ ਸੋਹਣੀ ਬੱਚੀ ਨੂੰ ਜਨਮ ਦਿੱਤਾ। ਜਦੋਂ ਉਹ 2 ਮਹੀਨੇ ਦੀ ਹੋ ਗਈ ਸੀ, ਮੇਰੀ ਘਰਵਾਲੀ ਉਸ ਨੂੰ ਲੈ ਕੇ ਜਾਣ ਲੱਗੀ, ਪਰ ਉਸ ਵੇਲੇ ਹੀ ਪਾਪਾ ਬਿਮਾਰ ਹੋ ਗਏ
ਜਿਸ ਦੀ ਵਜ੍ਹਾ ਕਰਕੇ ਮੇਰੀ ਪਤਨੀ ਨੂੰ ਇੱਥੇ ਰਹਿਣਾ ਪਿਆ। ਮੇਰੀ ਬੇਟੀ ਹੁਣ 1 ਸਾਲ ਦੀ ਹੋ ਗਈ ਸੀ। ਉਸਨੇ ਪਹਿਲੀ ਵਾਰ ਪਾਪਾ ਸ਼ਬਦ ਕਿਹਾ ਸੀ। ਮੈਂ ਖੁਸ਼ੀ ਨਾਲ ਆਪਣੀ ਕੁੜੀ ਨੂੰ ਗੋਦੀ ਚੁੱਕ ਕੇ ਨੱਚਣ ਲੱਗ ਗਿਆ। ਇਹ ਸਭ ਦੇਖ ਕੇ ਮੇਰੀ ਪਤਨੀ ਨੇ ਆਪਣਾ ਫੈਸਲਾ ਬਦਲ ਲਿਆ। ਹੁਣ ਉਸਨੇ ਮੈਨੂੰ ਮਾफ़ ਕਰ ਦਿੱਤਾ। ਮੇਰੀ ਪਤਨੀ ਨੇ ਮੈਨੂੰ ਕਿਹਾ ਕਿ ਕੁਲਦੀਪ, ਮੈਂ ਇਸ ਬੱਚੀ ਕਰਕੇ ਤੈਨੂੰ ਮਾफ़ ਕਰ ਰਹੀ ਹਾਂ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਇਸ ਬੱਚੀ ਦਾ ਬਾਪ ਇਸ ਤੋਂ ਅਲੱਗ ਹੋਵੇ। ਅੱਜ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸੀ। ਮੈਂ ਖੁਸ਼ੀ ਨਾਲ ਆਪਣੀ ਪਤਨੀ ਨੂੰ ਗਲੇ ਨਾਲ ਲਾਇਆ। ਸਾਡੀ ਫੈਮਿਲੀ ਪੂਰੀ ਹੋ ਗਈ ਸੀ। ਸੋ ਦੋਸਤੋ, ਆਪਾਂ ਨੂੰ ਕਿਸੇ ਵੀ ਚੀਜ਼ ਦਾ ਇੰਨਾ ਲਾਲਚ ਨਹੀਂ ਕਰਨਾ ਚਾਹੀਦਾ ਕਿ ਆਪਾਂ ਆਪਣਿਆਂ ਤੋਂ ਦੂਰ ਹੋ ਜਾਈਏ। ਮੈਂ ਅੱਜ ਆਪਣੀ ਗਲਤੀ ਨਾਲ ਇੰਨਾ ਪਿਆਰ ਕਰਨ ਵਾਲੀ ਪਤਨੀ ਨੂੰ ਖੋਹ ਲੈਣਾ ਸੀ। ਪੈਸਾ ਤਾਂ ਹੱਥਾਂ ਦੀ ਮੈਲ ਹੁੰਦਾ, ਇਹ ਆਉਂਦਾ ਜਾਂਦਾ ਰਹਿੰਦਾ ਹੈ। ਪੈਸੇ ਦੇ ਲਾਲਚ ਵਿੱਚ ਇੰਨੇ ਵੀ ਅੰਨੇ ਨਹੀਂ ਹੋ ਜਾਣਾ ਚਾਹੀਦਾ ਕਿ ਸਾਨੂੰ ਆਪਣੇ ਰਿਸ਼ਤਿਆਂ ਦੀ ਅਹਿਮੀਅਤ ਹੀ ਭੁੱਲ ਜਾਵੇ। ਜੇ ਸਾਨੂੰ ਇੰਨਾ ਹੀ ਪੈਸਾ ਜ਼ਰੂਰੀ ਆ ਤਾਂ ਸਾਨੂੰ ਮਿਹਨਤ ਕਰਨੀ ਚਾਹੀਦੀ ਆ। ਮਿਹਨਤ ਦਾ ਪੈਸਾ ਹਮੇਸ਼ਾ ਚੰਗੀ ਥਾਂ ਲੱਗਦਾ। ਹੁਣ ਮੈਂ ਦਿਨ ਰਾਤ ਮਿਹਨਤ ਕਰਦਾ ਹਾਂ ਤੇ ਆਪਣੀ ਬੱਚੀ ਤੇ ਪਤਨੀ ਦੇ ਸ਼ੌਂਕ ਪੂਰੇ ਕਰਦਾ ਹਾਂ। ਉਹਨਾਂ ਦੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਆ। ਜਿੱਦਾਂ ਦੀ ਪਤਨੀ ਰੱਬ ਨੇ ਮੈਨੂੰ ਦਿੱਤੀ ਹੈ, ਮੈਂ ਅਰਦਾਸ ਕਰਦਾ ਹਾਂ ਕਿ ਇੱਦਾਂ ਦੀ ਨੂੰਹ ਧੀ ਹਰ ਕਿਸੇ ਦੇ ਘਰ ਹੋਵੇ। ਸੋ ਦੋਸਤੋ, ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜ਼ਰੂਰ ਦੱਸਿਓ। ਮਿਲਦੇ ਹਾਂ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਤਿ ਸ਼੍ਰੀ ਅਕਾਲ।